ਵੈਲਕਮ ਬੱਚਿਓ ਅੱਜ ਅਸੀਂ ਮਾਡਰਨ ਹਿਸਟਰੀ ਦੇ ਬੜੇ ਇੰਪੋਰਟੈਂਟ ਟੌਪਿਕ ਪੜ੍ਹਾਂਗੇ। ਛੋਟੇ ਛੋਟੇ ਟੌਪਿਕ ਨੇ ਪਰ ਬਹੁਤ ਜ਼ਿਆਦਾ ਮਹੱਤਵਪੂਰਨ ਨੇ, ਤੁਸੀਂ ਇਹਨਾਂ ਨੂੰ ਧਿਆਨ ਵਿੱਚ ਰੱਖਣਾ ਹੈ। ਇਹ ਬੱਚਿਓ ਜਦੋਂ ਅੰਗਰੇਜ਼ ਆਏ ਸੀ ਉਹ ਸਾਰਾ ਮਾਡਰਨ ਹਿਸਟਰੀ ਵਿੱਚ ਪੜ੍ਹਿਆ ਜਾਂਦਾ ਹੈ। ਅਤੇ ਅੰਗਰੇਜ਼ ਜਦੋਂ ਆਏ ਸੀ ਭਾਰਤ ਵਿੱਚ, ਉਹ ਕੀ ਕਾਰਨ ਸੀ, ਕਿਉਂ ਭਾਰਤ ਆਏ ਸੀ? ਮੇਨ ਇੱਕੋ ਕਾਰਨ ਹੀ ਸੀ, ਇੱਕੋ ਚੀਜ਼ ਸੀ ਜਿਹੜੀ ਕਿ ਅੰਗਰੇਜ਼ਾਂ ਨੂੰ ਭਾਰਤ ਵੱਲ ਖਿੱਚ ਕੇ ਲੈ ਕੇ ਆਈ ਸੀ, ਉਹ ਸੀ ਪੈਸਾ। ਉਹ ਸਿਰਫ ਪੈਸੇ ਲਈ ਹੀ ਇੱਥੇ ਭਾਰਤ ਵਿੱਚ ਆਏ ਸੀ। ਜਿਹੜੀ ਪੈਸੇ ਦੀ ਖੁਸ਼ਬੂ ਸੀ ਉਹ ਬਹੁਤ ਦੂਰ ਲੰਡਨ ਤੱਕ, ਇੰਗਲੈਂਡ ਤੱਕ ਪਹੁੰਚ ਗਈ ਸੀ, ਯੂਰਪ ਤੱਕ ਪਹੁੰਚ ਗਈ ਸੀ, ਜਿਸ ਕਰਕੇ ਯੂਰਪ ਤੋਂ ਅੰਗਰੇਜ਼ ਸਿਰਫ ਪੈਸੇ ਵਾਸਤੇ ਹੀ ਭਾਰਤ ਪਹੁੰਚੇ ਸਨ। ਅਤੇ ਭਾਰਤ ਜਿਹੜਾ ਸੀ ਇਹ ਖੇਤੀ ਪ੍ਰਧਾਨ ਦੇਸ਼ ਸੀ, ਸ਼ੁਰੂ ਤੋਂ ਲੈ ਕੇ ਖੇਤੀ 'ਤੇ ਨਿਰਭਰ ਲੋਕ ਸਨ ਅਤੇ ਕਾਫੀ ਖੁਸ਼ਹਾਲ ਸਨ, ਆਪਣਾ ਜੀਵਨ ਵਧੀਆ ਬਤੀਤ ਕਰਦੇ ਸਨ। ਅਤੇ ਹੁਣ ਅੰਗਰੇਜ਼ਾਂ ਨੇ ਪੈਸਾ ਲੁੱਟਣ ਦਾ, ਪੈਸਾ ਇੱਥੋਂ ਦੇ ਲੋਕਾਂ ਕੋਲੋਂ ਹਥਿਆਉਣ ਦਾ ਕੋਈ ਨਾ ਕੋਈ ਸਕੀਮ, ਕੋਈ ਨਾ ਕੋਈ ਬੰਦੋਬਸਤ ਬਣਾਉਣੇ ਸੀ, ਜਿਹੜੇ ਕਿ ਵਪਾਰ ਦੀ ਆੜ ਦੇ ਵਿੱਚ ਇਹ ਸਭ ਹੁੰਦਾ ਰਿਹਾ। ਹੁਣ ਪਹਿਲਾਂ ਉਹਨਾਂ ਕੰਪਨੀਆਂ ਸਥਾਪਿਤ ਕੀਤੀਆਂ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਉਹਨਾਂ ਸਿਸਟਮ ਇਸ ਤਰ੍ਹਾਂ ਦੇ ਲਾਗੂ ਕੀਤੇ ਕਿ ਪੈਸਾ ਕਿਵੇਂ ਨਾ ਕਿਵੇਂ ਲੋਕਾਂ ਕੋਲੋਂ ਲਿਆ ਜਾਵੇ, ਖਾਸ ਕਰਕੇ ਕਿਸਾਨਾਂ ਕੋਲੋਂ, ਕਿਉਂਕਿ ਕਿਸਾਨ ਸੀ ਜ਼ਿਆਦਾ ਖੇਤੀ ਕਰਦੇ ਸਨ, ਅਤੇ ਇਸ ਲਈ ਉਹਨਾਂ ਨੇ ਅਲੱਗ-ਅਲੱਗ ਸਿਸਟਮ ਸ਼ੁਰੂ ਕੀਤੇ। ਉਹਨਾਂ ਬਾਰੇ ਅਸੀਂ ਥੋੜ੍ਹਾ ਪੜ੍ਹਾਂਗੇ। ਇਹ 3 ਸਿਸਟਮ ਸੀ ਜਿਹੜੇ ਮਹਿਲਵਾੜੀ, ਰੈਤਵਾੜੀ ਸਿਸਟਮ, ਸਥਾਈ ਬੰਦੋਬਸਤ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸਥਾਈ ਬੰਦੋਬਸਤ ਦੀ। ਜਿਹੜਾ ਸਥਾਈ ਬੰਦੋਬਸਤ ਹੈ ਇਸ ਨੂੰ ਅੰਗਰੇਜ਼ੀ ਵਿੱਚ ਪਰਮਾਨੈਂਟ ਸੈਟਲਮੈਂਟ ਵੀ ਕਿਹਾ ਜਾਂਦਾ ਹੈ। ਪਰਮਾਨੈਂਟ ਸੈਟਲਮੈਂਟ ਪੰਜਾਬੀ 'ਚ ਸਥਾਈ ਬੰਦੋਬਸਤ। ਇਹ ਸ਼ੁਰੂ ਕੀਤਾ ਸੀ ਲਾਰਡ ਕਾਰਨਵਾਲਿਸ ਨੇ। ਤੁਹਾਡੇ ਪ੍ਰਸ਼ਨ ਦੇ ਵਿੱਚ ਇਸ ਦਾ ਉੱਤਰ ਦਿੱਤਾ ਗਿਆ ਹੈ। ਲਾਰਡ ਕਾਰਨਵਾਲਿਸ ਨੇ 1793 ਈਸਵੀ ਵਿੱਚ। ਇਸ ਦੇ ਕਿਹੜੇ ਖੇਤਰ ਸਨ ਜਿੱਥੇ ਇਹ ਲਾਗੂ ਕੀਤਾ ਗਿਆ ਸੀ? ਉਹ ਸਨ ਬੰਗਾਲ, ਬਿਹਾਰ, ਉੜੀਸਾ, ਯੂਪੀ, ਉੱਤਰੀ ਕਰਨਾਟਕ। ਇਹਨਾਂ ਥਾਵਾਂ 'ਤੇ ਇਹ ਸਿਸਟਮ ਲਾਗੂ ਕੀਤਾ ਗਿਆ ਸੀ। ਅਤੇ ਉਸ ਸਮੇਂ ਅੰਗਰੇਜ਼ਾਂ ਦੇ ਅਧਿਕਾਰ ਖੇਤਰ ਹੇਠ ਜਿੰਨਾ ਵੀ ਏਰੀਆ ਆਉਂਦਾ ਸੀ ਭਾਰਤ ਦਾ, ਸਾਰਾ ਭਾਰਤ ਨਹੀਂ, ਭਾਰਤ ਦਾ ਜਿਹੜਾ ਸੀ ਉਹਨਾਂ ਦੇ ਅਧਿਕਾਰ ਦੇ ਹੇਠ ਸੀ ਜਿਹੜਾ ਖੇਤਰ, ਉਸ ਵਿੱਚੋਂ 19% ਉਹਨਾਂ ਦੇ ਅਧਿਕਾਰ ਖੇਤਰ ਵਿੱਚ ਜਿਹੜਾ ਸੀ ਉਸ ਵਿੱਚੋਂ 19% 'ਤੇ ਇਹ ਸਿਸਟਮ ਲਾਗੂ ਕੀਤਾ ਗਿਆ। ਇਸ ਸਿਸਟਮ ਵਿੱਚ ਕੀ ਹੁੰਦਾ ਸੀ ਕਿ ਜ਼ਮੀਨ ਦਾ ਜਿਹੜਾ ਮਾਲਕ ਸੀ ਉਹ ਜ਼ਿਮੀਂਦਾਰ ਨੂੰ ਬਣਾ ਦਿੱਤਾ ਜਾਂਦਾ ਸੀ। ਜ਼ਮੀਨ ਦਾ ਮਾਲਕ ਜ਼ਿਮੀਂਦਾਰ ਨੂੰ ਬਣਾਤਾ ਜਾਂਦਾ ਸੀ। ਜਿਹੜੇ ਕਿ ਕਿਸਾਨ ਖੇਤੀ ਕਰਦੇ ਸੀ ਉਹਨਾਂ ਨੂੰ ਜ਼ਮੀਨ ਦਾ ਮਾਲਕ ਉਹ ਨਹੀਂ ਸਨ। ਜ਼ਮੀਨ ਦਾ ਮਾਲਕ ਸੀ ਜ਼ਿਮੀਂਦਾਰ, ਅਤੇ ਜ਼ਿਮੀਂਦਾਰ ਕਿਸਾਨਾਂ ਦੇ ਕੋਲੋਂ ਟੈਕਸ ਇਕੱਠਾ ਕਰਦਾ ਸੀ, ਟੈਕਸ ਉਹਨਾਂ ਕੋਲੋਂ ਵਸੂਲਦਾ ਸੀ, ਅਤੇ ਉਹ ਟੈਕਸ ਇਕੱਠਾ ਕਰਕੇ ਅੰਗਰੇਜ਼ੀ ਸਾਮਰਾਜ ਨੂੰ ਦਿੰਦਾ ਸੀ। ਅੰਗਰੇਜ਼ਾਂ ਨੂੰ ਟੈਕਸ ਕਿਸਾਨਾਂ ਕੋਲੋਂ ਇਕੱਠਾ ਕਰਕੇ ਜ਼ਿਮੀਂਦਾਰ ਦਿੰਦਾ ਸੀ, ਜਿਹਨੂੰ ਕਿ ਜ਼ਮੀਨ ਦਾ ਮਾਲਕ ਬਣਾ ਦਿੱਤਾ ਗਿਆ। ਅਤੇ ਜਿੰਨਾ ਵੀ ਟੈਕਸ ਉਹ ਜ਼ਿਮੀਂਦਾਰ ਕਿਸਾਨਾਂ ਕੋਲੋਂ ਵਸੂਲਦਾ ਸੀ, ਉਸ ਦੇ ਅੱਗੇ 11 ਭਾਗ ਸਨ। ਉਸ ਨੂੰ ਅੱਗੇ 11 ਭਾਗਾਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਸੀ। 11 ਭਾਗਾਂ ਦੇ ਵਿੱਚ ਉਸ ਨੂੰ ਡਿਵਾਈਡ ਕੀਤਾ ਜਾਂਦਾ ਸੀ। ਉਹਦੇ ਵਿੱਚੋਂ ਜਿਹੜੇ 11 ਭਾਗ ਸੀ ਉਹਦੇ ਵਿੱਚੋਂ 10 ਭਾਗ ਅੰਗਰੇਜ਼ਾਂ ਨੂੰ ਦਿੱਤੇ ਜਾਂਦੇ ਸਨ, ਅਤੇ ਜਿਹੜਾ 1 ਭਾਗ ਸੀ ਉਹ ਜ਼ਿਮੀਂਦਾਰ ਆਪ ਰੱਖਦਾ ਸੀ। 10 ਭਾਗ ਅੰਗਰੇਜ਼ਾਂ ਨੂੰ ਦਿੱਤੇ ਜਾਂਦੇ ਸਨ। ਮਤਲਬ ਜੇਕਰ 10 ਰੁਪਏ ਨੇ, 11 ਰੁਪਏ ਨੇ, ਅਤੇ ਵਿੱਚੋਂ 10 ਰੁਪਏ ਅੰਗਰੇਜ਼ਾਂ ਨੂੰ ਅਤੇ 1 ਰੁਪਇਆ ਆਪ। ਇਸ ਤਰ੍ਹਾਂ ਅੱਗੇ ਜਿੰਨਾ ਮਰਜ਼ੀ ਹੋਵੇ ਆਪਾਂ ਬਣਾ ਸਕਦੇ ਹਾਂ। ਅਤੇ ਜਿਹੜਾ ਜ਼ਿਮੀਂਦਾਰ ਹੁੰਦਾ ਸੀ ਉਸ ਨੂੰ 11 ਵਿੱਚੋਂ 1 ਮਿਲਦਾ ਸੀ, ਜਿਸ ਕਰਕੇ ਉਹਦੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਵੱਧ ਤੋਂ ਵੱਧ ਟੈਕਸ ਲੋਕਾਂ ਕੋਲੋਂ ਇਕੱਠਾ ਕਰਾਂ, ਕਿਸਾਨਾਂ ਕੋਲੋਂ ਇਕੱਠਾ ਕਰਾਂ, ਅਤੇ ਮੈਂ ਆਪ ਵੀ ਅਮੀਰ ਹੋਵਾਂ ਅਤੇ ਨਾਲ ਅੱਗੇ ਚੰਗਾ ਬਣਾਂਗਾ ਅੰਗਰੇਜ਼ਾਂ ਦੀ ਨਜ਼ਰ ਵਿੱਚ। ਇਹ ਬਹੁਤ ਹੀ ਘਟੀਆ ਕਿਸਮ ਦਾ ਬੰਦੋਬਸਤ ਸੀ, ਜਿਸ ਨੇ ਕਿ 1857 ਈਸਵੀ ਦਾ ਜਿਹੜਾ ਸੁਤੰਤਰਤਾ ਸੰਗਰਾਮ ਸੀ ਉਸ ਨੂੰ ਵੀ ਇਸ ਨੇ ਜਨਮ ਦਿੱਤਾ। ਉਹਨਾਂ ਸਥਾਨਾਂ 'ਤੇ ਇਹ ਸੰਗਰਾਮ ਜ਼ਿਆਦਾ ਵੇਖਿਆ ਗਿਆ ਜਿਨ੍ਹਾਂ ਸਥਾਨਾਂ 'ਤੇ ਇਹ ਸਥਾਈ ਬੰਦੋਬਸਤ ਲਾਗੂ ਕੀਤਾ ਗਿਆ ਸੀ। ਤਾਂ ਉਸ ਤੋਂ ਇਹ ਹੋ ਗਿਆ ਸਥਾਈ ਬੰਦੋਬਸਤ। ਅੱਗੇ ਪੜ੍ਹਾਂਗੇ ਰੈਇਤਵਾੜੀ ਪ੍ਰਬੰਧ। ਰੈਇਤਵਾੜੀ ਪ੍ਰਬੰਧ ਜਿਹੜਾ ਸੀ, ਇਹ ਜਿਹੜਾ ਸਿਸਟਮ ਰੈਇਤਵਾੜੀ ਸਿਸਟਮ ਸੀ ਇਹ ਥੋਮਸ ਮੁਨਰੋ ਅਤੇ ਰੀਡ ਨੇ 1820 ਵਿੱਚ ਲਾਗੂ ਕੀਤਾ ਸੀ। ਥੋਮਸ ਮੁਨਰੋ ਅਤੇ ਰੀਡ ਨੇ 1820 ਵਿੱਚ ਇਹ ਸਿਸਟਮ
लागू कीता सी ते ये सिस्टम जिहड़ा सी बंबई मद्रास ते असाम विच लागू कीता गया, जिन्ना उस समय अंग्रेज़ां दे अधिकार खेतर हेठ सी भारत उस दे 51% 51% हिस्से विच ये सिस्टम लागू किया गया। इस सिस्टम के अधीन की हुंदा सी बच्चों कि जिहड़ा भूमि का मालक सी वो किसान नूं ही रहण दिता जांदा सी। इस सिस्टम अधीन भूमि का मालक तां किसान ही हुंदा सी, पर उस कोल टैक्स वसूलिया जांदा सी जिहड़ा कि 33 ਤੋਂ 55% तक हुंदा सी। जेकर 100 रुपए ने तो उन्होंने विचों 33 तो लैके 55 रुपए तक वसूले जाते सी, जिहड़े कि अंग्रेज़ टैक्स के रूप में लोगों तो इकट्ठा करते सन। इसनूं रैयतवाड़ी सिस्टम कहा जाता सी। ये सिस्टम स्थाई बंदोबस्त के नालों कुछ ठीक सी, क्योंकि इस विच जिहड़े मालक सी वो किसान ही सन। तो इस तो अगे पढ़ांगे महलवाड़ी सिस्टम। महलवाड़ी सिस्टम जिहड़ा सी ये हॉल्ट मैकेंजी ने 1822 विच शुरू किया। हॉल्ट मैकेंजी ने तो ये कित्थे कित्थे शुरू किया गया, वो स्थान सी यूपी, मध्य भारत ते पंजाब। यूपी, मध्य भारत, पंजाब इन्हां हिस्सियां दे विच महलवाड़ी सिस्टम, महलवाड़ी प्रबंध लागू किया गया। तो उस समय अंग्रेज़ां दे अंडर जिन्ना भी स्थान सी, जिन्ने भी अधिकार खेतर हेठ सी भारत का, जिहड़ी जिहड़ी जगह ते अंग्रेज़ां दा अधिकार सी उस विचों 30% हिस्से ते ये सिस्टम लागू किया गया। 30% हिस्से ते ये सिस्टम लागू किया गया। इस सिस्टम में की बच्चों हुंदा सी कि 3-4 पिंडां नूं इकट्ठा करके एक इकट्ठा कर लिया जाता सी। जिहड़े 3-4 पिंड इकट्ठे हुंदे सन उन्हां नूं महल कहा जाता सी। ते महल का जिहड़ा एक मुखी हुंदा सी उस नूं महल गुजार कहा जाता सी। महल गुजार जिहड़ा इन्हां दा मुखी हुंदा सी उस नूं महल गुजार कहा जाता सी। 3-4 पिंडां दे मुखी नूं, ते वो जिहड़ा मुखी सी महल गुजार सी वो लोकां तो टैक्स लैके अंग्रेज़ां नूं दिंदा सी। वो जिहड़ा सी महल गुजार वो ही आम जनता तो टैक्स वसूलदा सी। जिहड़े उस दे अधीन पिंड आउंदे सी 3 ਜਾਂ 4 पिंड, उन्हां तो लैके टैक्स किसानां तो लैके ते टैक्स लैके अंग्रेज़ां नूं दिंदा सी। ते उस समय जिहड़ा ये जिहड़ा टैक्स सी वो लगभग 60% लिया जाता सी। असीं पढ़िया सी रेतवाड़ी सिस्टम विच उहदे 33 ਤੋਂ 55% ते इहदे विच 60% दे नेड़े तेड़े जिहड़ा सी टैक्स के रूप में पैसा इकट्ठा किया जाता सी ते अंग्रेज़ां दे नूं दिता जाता सी। इस तरह ये महलवाड़ी सिस्टम सी। ते ये 3 सिस्टम सी, पर महलवाड़ी ते जिहड़ा महलवाड़ी सिस्टम ते रैयतवाड़ी ये कुछ हद तक भारत के दृष्टिकोण तो सही सन, पर जिहड़ा स्थाई बंदोबस्त सी ये बहुत ही घटिया किस्म का बंदोबस्त सी, जिस दे प्रभाव कारण ही जिहड़ा कुछ कारण सी इस दे जिहड़ा कि 1857 ईस्वी का स्वतंत्रता संग्राम भी होया। तो ये सिस्टम तुसीं पढ़ लए होने, महलवाड़ी प्रबंध, रैयतवाड़ी प्रबंध ते स्थाई बंदोबस्त। इसनूं चंगी तरह ध्यान नाल दोबारा सुन सकते हो। बहुत तुहाडे वास्ते फायदेमंद है। धन्नवाद।